ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। जॉल साहब बहुत बहुत स्वागत है। वेरी गुड मॉर्निंग। सत श्री अकाल जी। सत श्री अकाल जी। आज बहुत मेहरबानी सारे श्रोतिਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਜੀ। ਜੌਲ ਸਾਹਿਬ, ਇਹ ਕਿਹਾ ਜਾ ਰਿਹਾ ਹੈ ਕਿ ਅਗਰ ਅੱਜ ਦੀ ਡੇਟ ਦੇ ਵਿੱਚ ਫੈਡਰਲ ਇਲੈਕਸ਼ਨਸ ਹੋਣ ਅੱਜ ਦੀ ਡੇਟ 'ਚ ਤੇ ਕਾਫੀ ਵੱਡੀ ਤਾਦਾਦ ਦੇ ਵਿੱਚ ਕੰਜ਼ਰਵੇਟਿਵਸ ਗੇਨ ਕਰਨਗੇ ਸੀਟਾਂ ਤੇ ਲਿਬਰਲਸ ਕਾਫੀ ਸੀਟਾਂ ਉਹਨਾਂ ਦੀਆਂ ਡਿੱਗ ਸਕਦੀਆਂ ਨੇ। ਅਰਸ਼ਪੀ ਇਸ ਮੂਵਮੈਂਟ ਤੇ ਜਾਣੀ ਇਹ ਫੈਡਰਲ ਜਿਹੜੇ ਸਰਵੇਜ਼ ਹੋਣ ਇਹ ਥੋੜੇ ਅਹਿਮ ਇਸ ਕਰਕੇ ਵੀ ਆ ਵੀ ਹੁਣੇ ਜਿਹੜਾ ਬੜਾ ਜਿਹੜਾ ਚੋਣ ਨਤੀਜਾ ਉਹ ਨਾ ਵੀ ਲਿਬਰਲ ਪਾਰਟੀ ਦੇ ਅਗੇਂਸਟ ਇੱਕ ਵਾਰ ਫੇਰ ਆ ਕੇ ਹਟਿਆ ਤੇ ਕੰਜ਼ਰਵੇਟਿਵ ਪਾਰਟੀ ਨੇ ਹੋਰ ਅਨਦਰ ਕਹਿ ਲਓ ਵੀ ਮੀਲ ਪੱਥਰ ਗੱਡ ਕੇ ਤੇ ਵੱਡੀ ਜਿਹੜੀ ਮੈਜੋਰਟੀ ਆ ਜੀ ਉਹ ਪ੍ਰਾਪਤ ਕੀਤੀ ਪਿਛਲੀ ਵਾਰੀ ਨਾਲੋਂ ਵੀ ਜ਼ਿਆਦਾ। ਸੋ ਉਸ ਕਰਕੇ ਆ ਜੀ ਫਿਰ ਹੁਣ ਓਨਟਾਰੀਓ ਆਪਾਂ ਜਿੱਦਾਂ ਪਹਿਲਾਂ ਵੀ ਪ੍ਰੋਗਰਾਮਾਂ 'ਚ ਗੱਲਾਂ ਕਰਦੇ ਹਾਂ ਵੀ ਕਿਊਬੈਕ ਤੇ ਓਨਟਾਰੀਓ ਦੇ ਵਿੱਚ ਹੀ ਜਿਹੜੀ ਪਾਰਟੀ ਪਾਪੂਲਰ ਹੋਵੇ ਉਹਦੀ ਕੈਨੇਡਾ 'ਚ ਸਰਕਾਰ ਬਣ ਜਾਂਦੀ ਹੁੰਦੀ। ਬਾਕੀ ਕੈਨੇਡਾ 'ਚ ਉਹਨਾਂ ਨੂੰ ਇੰਨੀ ਬਹੁਤੀ ਪਰਵਾਹ ਕਰਨ ਦੀ ਨਹੀਂ ਵੀ ਲੋੜ ਰਹਿੰਦੀ। ਤੇ ਹੁਣ ਫੈਡਰਲ ਲੀਡਰ ਮੰਨਣ ਜਾਂ ਭਾਵੇਂ ਨਾ ਵੀ ਜਿਹੜੇ ਸਰਵੇਖਣਾਂ ਦੇ ਵਿੱਚ ਪਛੜ ਰਹੇ ਹੁੰਦੇ ਆ ਪਛੜ ਰਹੀਆਂ ਹੁੰਦੀਆਂ ਉਹ ਕਿੱਥੇ ਮੰਨਦੇ ਆ, ਪਰ ਲੇਕਿਨ ਕਿ ਦੂਸਰੇ ਪਾਸੇ ਇਹ ਆ ਜੀ ਵੀ ਹੁਣ ਇਹ ਓਨਟਾਰੀਓ ਦਾ ਜਿਹੜਾ ਚੋਣ ਨਤੀਜਾ ਆ ਕਿਤੇ ਨਾ ਕਿਤੇ ਜਾਣੀ ਕਿ ਰਿਫਲੈਕਟ ਹੋ ਰਿਹਾ ਉਹ ਫੈਡਰਲ ਜਿਹੜੀਆਂ ਪੋਲੀਟੀਕਲ ਪਾਰਟੀਜ਼ ਹਨ ਉਹਨਾਂ ਦੇ ਖੇਮਿਆਂ ਦੇ ਵਿੱਚ। ਤੇ ਖਾਸ ਤੌਰ ਤੇ ਜਿਹੜਾ ਕਿ ਆਪਾਂ ਦੇਖ ਰਹੇ ਹਾਂ ਵੀ ਦੂਸਰੀ ਵਾਰ ਇਹ ਮਾਈਨੋਰਿਟੀ ਗਵਰਨਮੈਂਟ ਜਿਹੜੀ ਲਿਬਰਲ ਪਾਰਟੀ ਨੂੰ ਮਿਲੀ ਆ ਇਲੈਕਸ਼ਨਸ ਦੇ ਵਿੱਚ ਤੇ ਹੁਣ NDP ਦੇ ਇਹ ਗੱਠਜੋੜ ਦੇ ਨਾਲ ਕਹਿ ਲਓ ਜਾਂ ਫਿਰ ਵੀ ਸਮਝੌਤੇ ਦੇ ਨਾਲ ਵੀ ਉਹਨਾਂ ਨੇ ਜਿਹੜਾ ਆਪਣਾ ਇਹ ਪੱਕਾ ਕਰ ਲਈ ਆ ਕੁਰਸੀ 2025 ਤੱਕ। ਤੇ ਉਸ ਹਿਸਾਬ ਨਾਲ ਲੇਕਿਨ KP ਜੇ ਉਹ ਐਗਰੀਮੈਂਟ ਫਰਜ਼ ਕੀਤਾ ਕਿਤੇ ਜਾ ਕੇ ਫੇਲ ਹੁੰਦਾ ਤੇ ਫੇਰ ਡਾਵਾਂਡੋਲ ਹੁੰਦੀ ਆ ਸਿਚੁਏਸ਼ਨ। ਤੇ ਅੱਜ ਦੀ ਸਿਚੁਏਸ਼ਨ ਦੇ ਮੁਤਾਬਕ ਇਹੀ ਆ ਜੀ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇਹ ਲਿਬਰਲ ਪਾਰਟੀ ਨੂੰ ਜਿਹੜਾ ਸੀਟਾਂ ਤੱਕ ਸਾਰਾ ਲੱਗ ਸਕਦਾ ਕਿਉਂਕਿ ਵੀ ਇਹਨਾਂ ਕੋਲ ਜਿਹੜੀਆਂ ਹੁਣ 158 ਹੈਗੀਆਂ ਉਹ ਘੱਟ ਕੇ 151 ਰਹਿ ਸਕਦੀਆਂ ਇੱਦਾਂ ਹੀ। ਲੇਕਿਨ ਕਿ ਜਿਹੜਾ ਵੀ ਫਾਇਦਾ ਫਿਰ ਕਿਹੜੀ ਪਾਰਟੀ ਨੂੰ ਹੋਊਗਾ ਵੱਡਾ ਫਾਇਦਾ ਦੱਸਿਆ ਜਾ ਰਿਹਾ ਵੀ ਕੰਜ਼ਰਵੇਟਿਵ ਪਾਰਟੀ ਨੂੰ ਹੀ ਹੋ ਸਕਦਾ ਫੈਡਰਲ ਲੈਵਲ ਤੇ। ਵੀ ਇਸ ਵੇਲੇ ਜਿਹੜੀ ਹਵਾ ਬਣੀ ਹੋਈ ਹੈ ਇੱਕ ਤੇ ਪ੍ਰੋਵਿੰਸ਼ੀਅਲ ਲੈਵਲ ਤੇ ਜੀ, ਦੂਸਰਾ ਇਹ ਆ ਜੀ ਵੀ ਹੁਣ ਜਿਹੜੇ ਉਹਨਾਂ ਦੀ ਲੀਡਰਸ਼ਿਪ ਰੇਸ ਜਿਹੜੀ ਆ ਜੀ ਵੀ ਉਹ ਚੱਲ ਰਹੀ ਆ ਤੇ ਸਤੰਬਰ 10 ਨੂੰ ਉਹ ਵੀ ਪਤਾ ਲੱਗ ਜਾਣਾ। ਸੋ ਹਜੇ ਤਾਂ ਪਾਰਟੀ ਦੇ ਕੋਲ ਲੀਡਰ ਨਹੀਂ ਹੈਗਾ ਜੀ। ਉਸ ਲਿਹਾਜ਼ ਨਾਲ ਲੱਗ ਇਹ ਲੇਕਿਨ ਕਿ ਰਿਹਾ ਵੀ ਜੇ ਲਿਬਰਲ ਪਾਰਟੀ ਨੂੰ ਅਗਲੀ ਕਿਸੇ ਫੈਡਰਲ ਇਲੈਕਸ਼ਨ ਦੇ ਵਿੱਚ ਨੁਕਸਾਨ ਹੋਇਆ ਤੇ ਉਹ ਕਿਸੇ ਹੋਰ ਪਾਰਟੀ ਦੀ ਜਿੱਤ ਘੱਟ ਤੇ ਇਹਨਾਂ ਦੀ ਆਪਣੀ ਹਾਰ ਜਾਣੀ ਕਿ ਵੱਧ ਹੋਊਗੀ। ਜਿਸ ਤਰ੍ਹਾਂ ਇਸ ਵੇਲੇ ਜਾਣੀ ਕੈਨੇਡੀਅਨਜ਼ ਥੋੜਾ ਨੈਗਲੈਕਟ ਫੀਲ ਕਰ ਰਹੇ ਆ ਕਿ ਜਿਸ ਢੰਗ ਨਾਲ ਸਰਕਾਰ ਚੱਲ ਰਹੀ ਹੈ ਕੈਨੇਡਾ ਦੇ ਲੋਕ ਜਾਣੀ ਹੈਰਾਨ ਪਰੇਸ਼ਾਨ ਆ ਵੀ ਉਹਨਾਂ ਦੀ ਸਾਰ ਕੋਈ ਲੈਣ ਵਾਲਾ ਇਸ ਦੇਸ਼ 'ਚ ਹੈ ਕਿ ਨਹੀਂ। ਸੋ ਇਸ ਕਰਕੇ ਇਹ ਹੈ ਜੀ ਵੀ ਇਸ ਵੇਲੇ ਫੋਰਨ ਪਾਲਿਸੀ ਤੇ ਲੱਗਦਾ ਵੀ ਜ਼ਿਆਦਾ ਧਿਆਨ ਆ ਜਿਹੜਾ ਉਹ ਗਵਰਨਮੈਂਟ ਦਾ ਲੱਗਾ ਹੋਇਆ ਜੀ। ਜਿਹੜੇ ਲੋਕਲ ਜਾਣੀ ਰੈਜ਼ੀਡੈਂਟ ਆ ਕੈਨੇਡੀਅਨਜ਼ ਆ ਕੈਨੇਡੀਅਨ ਰੈਜ਼ੀਡੈਂਟਸ ਆ ਵੀ ਉਹ ਹੈਰਾਨ ਪਰੇਸ਼ਾਨ ਹੋ ਰਹੇ ਆ ਕਾਫੀ ਸਾਰੀਆਂ ਸਿਚੁਏਸ਼ਨਸ ਨੂੰ ਲੈ ਕੇ ਜੀ। ਤੇ ਇਹ ਹੈ ਜੀ ਵੀ ਹੁਣ ਉਹ ਜਿਸ ਤਰ੍ਹਾਂ ਹੈ ਜੀ ਵੀ ਪਹਿਲੀ ਕੋਈ ਵੀ ਜਿਹੜੀ ਮੈਜੋਰਿਟੀ ਪਾਰਟੀ ਰਾਜ ਕਰ ਰਹੀ ਹੋਵੇ ਜਦੋਂ ਉਹ ਇਲੈਕਸ਼ਨ ਦੇ ਵਿੱਚ ਲੂਜ਼ ਕਰਦੀ ਆ ਤੇ ਉਹ ਜਿੱਤਣ ਵਾਲੀ ਪਾਰਟੀ ਦੀ ਜਿੱਤ ਘੱਟ ਤੇ ਰਾਜ ਕਰ ਰਹੀ ਜਾਣੀ ਪਾਰਟੀ ਦਾ ਜਿਹੜੀ ਹਾਰ ਆ ਉਹ ਵੱਧ ਹੁੰਦੀ ਆ ਉਹ ਹਨਾ। ਇਸ ਕਰਕੇ ਜਿਹੜੀ ਲੇਕਿਨ ਕਿ NDP ਆ ਜੀ ਵੀ ਇਹਨਾਂ ਨੂੰ ਥੋੜੇ ਬਹੁਤੇ ਫਰਕ ਦੇ ਨਾਲ ਉੱਥੇ ਕੀ ਰਹਿਣ ਦੀ ਸੰਭਾਵਨਾ ਹੈ। 28 ਸੀਟਾਂ ਦੱਸੀਆਂ ਜਾ ਰਹੀਆਂ ਵੀ 2-3 ਸੀਟਾਂ ਇਹਨਾਂ ਦੀਆਂ ਵੱਧ ਸਕਦੀਆਂ ਜੀ। ਬਲਾਕ ਕਿਊਬੈਕ ਨੂੰ ਉਧਰ ਕਿਊਬੈਕ ਦੇ ਵਿੱਚ ਕਸਾਰਾ ਲੱਗ ਸਕਦਾ ਉਹਨਾਂ ਦੀਆਂ 5 ਸੀਟਾਂ ਘੱਟ ਸਕਦੀਆਂ ਨੇ 27 ਰਹਿ ਸਕਦੀਆਂ 32 ਤੋਂ। ਜਿੱਦਾਂ ਜਾਣੀ ਕਿ ਕੁੱਲ ਮਿਲਾ ਕੇ ਇਹ ਹੈ ਜੀ ਵੀ ਇਹ ਲਿਬਰਲ ਪਾਰਟੀ ਦਾ ਕਸਾਰਾ ਜਿਹੜਾ ਦੇਖਿਆ ਜਾ ਰਿਹਾ ਹਾਲ ਦੀ ਘੜੀ। ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫੋਰਨ ਪਾਲਿਸੀ ਤੋਂ ਉਧਰ ਵਿਦੇਸ਼ਾਂ ਦੇ ਵਿੱਚ ਗੇੜਿਆਂ ਤੋਂ ਇੱਧਰ ਵੀ ਧਿਆਨ ਦਿੰਦੇ ਦੇਸ਼ ਵੱਲ ਨੂੰ ਕਿ ਨਹੀਂ ਹਾਲ ਦੀ ਘੜੀ। ਲੇਕਿਨ ਕਿ ਚੱਕੀ ਦੇ ਵਿੱਚ ਜਿਹੜੇ ਅੱਜ ਮਹਿੰਗਾਈ ਦੀ ਸਾਡੇ ਲੋਕ ਇੱਥੇ ਪਿਸ ਰਹੇ ਨੇ ਉਹਦੇ ਬਾਰੇ ਬਿਲਕੁਲ ਕੋਈ ਲਫ਼ਜ਼ ਜਿਹੜਾ ਉਹ ਘੱਟੀ ਬੋਲਿਆ ਜਾ ਰਿਹਾ ਜੀ। ਜੌਲ ਸਾਹਿਬ ਗੱਲਬਾਤ ਕਰਦੇ ਆ ਮਹਿੰਗਾਈ ਦੀ ਬਹੁਤ ਵੱਡੀ ਤਾਦਾਦ ਦੇ ਵਿੱਚ ਦੁੱਧ ਅਤੇ ਆਂਡਿਆਂ ਦੀ ਪ੍ਰਾਈਸਿਸ ਜੰਪ ਹੋ ਰਹੀਆਂ ਨੇ ਜੀ। ਅਰਸ਼ਪੀ ਅੱਜ ਸਾਡੇ ਇੱਥੇ ਦੇਸ਼ ਕੈਨੇਡਾ ਦੇ ਵਿੱਚ ਜਾਂ ਕਿਸੇ ਸ਼ਹਿਰ ਦੇ ਵਿੱਚ ਤੁਸੀਂ ਦੇਖੋ ਵੀ ਕਿਹੜੀ ਚੀਜ਼ ਹੈ ਜਿਹੜੀ ਸਸਤੀ ਹੋ ਰਹੀ ਆ ਵੀ ਕੋਈ ਹੈ ਮਹਿੰਗੀ ਹਰ ਇੱਕ ਚੀਜ਼ ਹਨਾ। ਸੋ ਕਿਉਂਕਿ ਜੀ ਵੀ ਕੋਵਿਡ ਸੀ ਜੀ ਸਪਲਾਈ ਚੇਨ ਬਹੁਤ ਅਫੈਕਟ ਹੋਈ ਜੀ ਹਨਾ। ਬਹੁਤ ਸਾਰੀਆਂ ਜਿਹੜੀਆਂ ਫਿਰ ਸਿਚੁਏਸ਼ਨ ਨੋਰਮਲ ਹੋਣ ਤੋਂ ਬਾਅਦ ਡਿਮਾਂਡ ਆ ਜਿਹੜੀ ਪ੍ਰੋਡਕਟਸ ਦੀ ਉਹ ਹੋਰ ਜ਼ਿਆਦਾ ਵਧੀ ਆ ਪਰ ਸਪਲਾਈ ਜਿਹੜੀ ਆ ਅਜੇ ਉਨੀ ਨਹੀਂ ਬਹਾਲ ਹੋ ਸਕੀ। ਖਾਸ ਤੌਰ ਤੇ ਫੋਰਨ ਕੰਟਰੀ ਤੋਂ ਜਿਹੜੀਆਂ ਚਾਈਨਾ ਵਰਗੇ ਦੇਸ਼ ਤੋਂ ਚੀਜ਼ਾਂ ਇੱਥੇ ਪਹੁੰਚਣੀਆਂ ਨੇ। ਸੋ ਲੱਗ ਰਿਹਾ ਵੀ ਇਹ ਚਲੋ ਜੇ ਟੈਂਪਰੇਰੀ ਸਿਚੁਏਸ਼ਨ ਵੀ ਹੈਗੀ ਆ ਪਰ ਲੱਗ ਰਿਹਾ ਵੀ ਜਿਹੜਾ ਮਿਲਕ ਆ ਇਹ ਤੇ ਆਪਾਂ ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ।
ਮਤਲਬ ਸਾਡੇ ਇੱਥੇ ਦੇਸ਼ ਦੇ ਵਿੱਚ ਇੰਨੀ ਜ਼ਿਆਦਾ ਪ੍ਰੋਡਕਸ਼ਨ ਮਿਲਕ ਦੀ ਹੁੰਦੀ ਆ ਵੀ ਉਹਨੂੰ ਕੰਟਰੋਲ ਕਰਨਾ ਪੈਂਦਾ ਜੀ, ਜਿੰਨਾ ਕੁ ਜਾਣੀ ਕਿ ਕਲੋ ਵੀ ਨਿਰਧਾਰਿਤ ਕੀਤਾ ਕੋਟਾ, ਉਹਦੇ ਤੋਂ ਵੱਧ ਜੇ ਡੇਅਰੀ ਫਾਰਮਾਂ ਦੇ ਵਿੱਚ ਮਿਲਕ ਪ੍ਰੋਡਿਊਸ ਹੋ ਜਾਏ ਤਾਂ ਉਹਨੂੰ ਮਾਰਕੀਟ 'ਚ ਨਹੀਂ ਲਿਆਉਣਾ, ਉਹਨੂੰ ਡੋਲ ਦੇਣਾ ਜਾਂਦਾ ਮਿਲਕ ਬਹੁਤ ਵਾਰ, ਹੈ ਨਾ। ਸੋ ਇਸ ਤਰ੍ਹਾਂ ਆ ਜੀ ਵੀ ਹੁਣ ਲੇਕਿਨ ਕਿ ਇਹ ਸਮਝਿਆ ਜਾਂਦਾ ਵੀ ਜਿੱਥੇ ਹੋਰ ਸਭ ਕੁਝ ਮਹਿੰਗਾ ਹੋ ਰਿਹਾ ਤੇ ਉਹ ਜਿਹੜੀ ਮਹਿੰਗਾਈ ਆ ਉਹ ਡੇਅਰੀ ਪ੍ਰੋਡਕਟਸ ਤੇ ਫਾਰਮਿੰਗ ਤੇ ਵੀ ਟਰਾਂਸਫਰ ਹੋ ਰਹੀ ਆ। ਸੋ ਇਹ ਕੁੱਲ ਮਿਲਾ ਕੇ ਹੁਣ ਜਾਣੀ ਸਾਡੇ ਇੱਥੇ ਜੋ ਕੈਨੇਡੀਅਨ ਡੇਅਰੀ ਕਮਿਸ਼ਨ ਆ ਨਾ, ਉਹਨਾਂ ਦੇ ਕੋਲ ਰਿਕੁਐਸਟ ਪਹੁੰਚੀ ਹੋਈ ਆ ਇਹ ਕੈਨੇਡੀਅਨਸ ਜੋ ਡੇਅਰੀ ਫਾਰਮਿੰਗ ਦੇ ਨਾਲ ਸੰਬੰਧਿਤ ਕਹਿ ਲਓ ਵੀ ਜਿੰਨੇ ਵੀ ਕਿਸਾਨਾਂ ਦੀਆਂ ਉਹ ਐਸੋਸੀਏਸ਼ਨਸ ਹੈਗੀਆਂ, ਉਹਨਾਂ ਦਾ ਇੱਕ ਜਿਹੜੀ ਸਾਂਝੀ ਡਿਮਾਂਡ ਆ ਇਸ ਕਮਿਸ਼ਨ ਨੂੰ ਲਿਖ ਕੇ ਭੇਜੀ ਆ ਵੀ ਸਾਨੂੰ ਹਾਲ ਦੀ ਘੜੀ ਨਹੀਂ ਵਾਰਾ ਖਾ ਰਿਹਾ ਜਿਹੜੇ ਭਾਅ ਤੇ ਅਸੀਂ ਮਿਲਕ ਵੇਚਦੇ ਹਾਂ ਜਾਂ ਅਸੀਂ ਚੀਜ਼ ਵੇਚਦੇ ਹਾਂ, ਬਟਰ ਵੇਚਦੇ ਹਾਂ, ਜਿਹੜੇ ਪ੍ਰਾਈਸਿਸ ਤੇ ਅਸੀਂ ਆਪਣਾ ਜੋ ਐਗਜ਼ ਨੇ, ਆਂਡੇ ਜਿਹੜੇ ਆ ਉਹ ਸਾਨੂੰ ਵੇਚਣੇ ਪੈ ਰਹੇ ਆ, ਕਿਉਂਕਿ ਵੀ ਜਿਹੜਾ ਜੀ ਵੀ ਕਾਫੀ ਇਹ ਟਰਾਂਸਪੋਰਟੇਸ਼ਨ ਵੀ ਜਿਹੜੀ ਮਹਿੰਗੀ ਹੋਈ ਆ। ਪਿਛਲੇ ਸਮੇਂ ਦੇ ਵਿੱਚ ਜਿਹੜੀ ਡੰਗਰਾਂ ਨੂੰ ਫੀਡ ਪਾਉਂਦੇ ਨੇ, ਉਹਨਾਂ ਨੂੰ ਚਾਰਾ ਜਾਂ ਖਲ ਵਗੈਰਾ ਵੀ ਉਹ ਵੀ ਕਾਫੀ ਉਹਦੀਆਂ ਪ੍ਰਾਈਸਿਸ ਜਿਹੜੀਆਂ ਅੱਪ ਗਈਆਂ ਆ। ਉਸ ਲਿਹਾਜ਼ ਨਾਲ ਜਾਣੀ ਕਿ ਜੇ ਦੇਖਣਾ ਹੋਵੇ ਤਾਂ ਅਰਸ਼ ਪਈ ਇਹ ਫਿਰ 2022 ਦੇ ਦੌਰਾਨ ਦੂਸਰੀ ਜਿਹੜੀ ਇਹ ਪ੍ਰਾਈਸ ਹਾਈ ਹੋਊਗੀ। ਇਹਦੇ ਬਾਰੇ ਕਮਿਸ਼ਨ ਨੇ ਡਿਸੀਜਨ ਆ ਜਿਹੜਾ ਉਹ 17 ਜੂਨ ਨੂੰ ਅਰਸ਼ ਦੇ ਦੇਣਾ, ਤੇ ਜੇ ਉਹਨਾਂ ਨੇ ਕਹਿ ਦਿੱਤਾ ਕਿ ਹਾਂਜੀ ਵਧਾ ਲਓ ਜੀ ਪ੍ਰਾਈਸਿਸ, ਤੁਸੀਂ ਜਿਹੜਾ ਜੀ 6 ਸੈਂਟ ਭਾਵੇਂ ਹਜੇ ਫਰਵਰੀ ਦੇ ਵਿੱਚ 1 ਲੀਟਰ ਦੁੱਧ ਦਾ ਉਹ ਵਧਾ ਕੇ ਹਟੇ ਆ, ਜਿਹੜਾ ਕਿ ਆਲਮੋਸਟ ਲਾਈਕ 8.5% ਸੀਗਾ, ਤੇ ਹੁਣ ਫਿਰ ਜੇ ਇੱਕ ਵਾਰ ਹੋਰ ਜੰਪ ਜਿਹੜਾ ਕੀਤਾ ਜਾਊਗਾ ਤੇ ਜਾਣੀ ਲੋਕਾਂ ਨੂੰ ਹੋਰ ਵੀ ਜੇਬਾਂ ਦੇ ਵਿੱਚੋਂ ਜਿਹੜੇ ਆ ਜੀ ਵੱਧ ਡਾਲਰ ਫਿਰ ਇਹ ਦੁੱਧ, ਪਨੀਰ, ਘਿਓ, ਬਟਰ ਵਗੈਰਾ ਇਹ ਖਰੀਦਣ ਦੇ ਲਈ ਦੇਣੇ ਪੈ ਸਕਦੇ ਆ। ਕਿਉਂਕਿ ਜਿਹੜੀ ਇਹ ਗੈਸ ਮਹਿੰਗੀ ਹੋਈ ਹੈ ਨਾ, ਗੈਸ ਦੇ ਨਾਲ ਨੈਚੁਰਲੀ ਆ ਫਿਰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਪ੍ਰੋਡਕਟਸ ਹੈਗੀਆਂ ਹੋਣੀਆਂ ਹੁੰਦੀਆਂ, ਫਿਰ ਉਹ ਨੈਚੁਰਲੀ ਆ ਵੀ ਫਾਰਮਿੰਗ ਜਿਹੜੇ ਡੇਅਰੀ ਫਾਰਮਿੰਗ ਕਰਦੇ ਨੇ ਲੋਕ, ਉਹਨਾਂ ਨੇ ਵੀ ਇਸ ਪ੍ਰਾਈਸ ਪ੍ਰੈਸ਼ਰ ਨੂੰ ਮਹਿਸੂਸ ਕੀਤਾ ਹੋਇਆ ਜੀ। ਇਹ ਇਨਫਲੇਸ਼ਨ ਜਿਹੜੀ ਆਪਾਂ ਦੇਖ ਰਹੇ ਹਾਂ ਸਿਖਰ ਤੇ ਆ। ਸੋ ਕੁੱਲ ਮਿਲਾ ਕੇ ਜਾਣੀ ਕਿ ਇਹ ਆ ਜੀ ਵੀ ਤੁਸੀਂ ਦੇਖੋ ਇਹ ਫੂਡ ਇਨਸਿਕਿਉਰਿਟੀ ਆ ਨਾ, ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਥੋੜਾ ਇਹ ਚੀਜ਼ਾਂ ਮਹਿੰਗੀਆਂ ਹੋਣ ਕਰਕੇ ਲੋਕਾਂ ਨੂੰ ਕਾਫੀ ਇਸ ਦੀ ਜਿਹੜੀ ਉਹ ਪਰੇਸ਼ਾਨੀ ਵੀ ਹੈਗੀ ਹੈ। ਹੋਰ ਕੁਛ ਨਹੀਂ ਤੇ ਆ ਫਾਰਮਾਂ ਦੇ ਵਿੱਚ ਵੀ ਹੁਣ ਸਾਰੀਆਂ ਜਿਹੜੀਆਂ ਕਹਿ ਲਓ ਵੀ ਖਾਣ ਵਾਲੀਆਂ ਸਬਜ਼ੀਆਂ ਆਉਣੀਆਂ ਨੇ ਜਾਂ ਬਾਕੀ ਆ ਹੋਰ ਅਨਾਜ ਆਉਣਾ ਆ, ਤੇ ਜਿਹੜੀ ਖਾਦ ਆ ਨਾ ਜੀ ਉਹ ਪਾਈ ਜਾਂਦੀ ਫਸਲਾਂ ਦੇ ਵਿੱਚ ਉਹ 44% ਆਲਮੋਸਟ ਯਾਨੀ 1.5 ਗੁਣਾ ਪ੍ਰਾਈਸ ਜਿਹੜੀ ਆ ਉਹਦੀ ਅੱਜ ਤਰੀਕ ਦੇ ਵਿੱਚ ਵਧੀ ਹੋਈ ਆ। ਏਦਾਂ ਹੀ ਆਪਾਂ ਗੈਸ ਦੇਖ ਰਹੇ ਹਾਂ, ਇਹ 32% ਪਿਛਲੇ ਸਮੇਂ ਦੇ ਵਿੱਚ ਵੱਧ ਚੁੱਕੀ ਆ ਹੁਣ ਤੱਕ, ਹਨਾ। ਕੁੱਲ ਮਿਲਾ ਕੇ ਇਹ ਜਿਹੜੀ ਖਾਲਿਆ ਜਾਂ ਫੀਡ ਪਾਈ ਜਾਂਦੀ ਆ ਉਹ ਵੀ 8-10% ਜਿਹੜੀ ਉਹ ਅੱਪ ਗਈ ਹੋਈ ਆ। ਸੋ ਉਸ ਕਰਕੇ ਵੀ ਜੇ ਉਹ ਡੇਅਰੀ ਫਾਰਮਿੰਗ ਵਾਲਿਆਂ ਨੂੰ ਜਾਣੀ ਸਭ ਕੁਝ ਮਹਿੰਗਾ ਲੈਣਾ ਪੈ ਰਿਹਾ ਤੇ ਉਸੇ ਭਾਅ ਤੇ ਹੀ ਆਪਣੀ ਜਿਹੜੀ ਉਹ ਪ੍ਰੋਡਕਟ ਜੇ ਵੇਚਣੀ ਪੈ ਰਹੀ ਹੈ, ਤਾਂ ਕਹਿੰਦੇ ਸਾਨੂੰ ਹੁਣ ਵਾਰਾ ਨਹੀਂ ਖਾਂਦਾ ਤੇ ਸਾਡੀਆਂ ਜਿਹੜੀਆਂ ਪ੍ਰਾਈਸਿਸ ਆ ਉਹ ਅੱਪ ਕੀਤੀਆਂ ਜਾਣੀਆਂ ਚਾਹੀਦੀਆਂ। ਤੇ ਜਿੱਦਾਂ ਓਨਟਾਰੀਓ ਦੇ ਵਿੱਚ ਆਪਾਂ ਇੰਸ਼ੋਰੈਂਸ ਦੀਆਂ ਗੱਲਾਂ ਕਰਦੇ ਹੁੰਦੇ ਆ, ਸਰਕਾਰ ਨੂੰ ਪੁੱਛੇ ਤਾਂ ਨਹੀਂ ਬਿਨਾਂ ਤਾਂ ਨਹੀਂ ਨਾ ਇੰਸ਼ੋਰੈਂਸ ਕੰਪਨੀਆਂ ਵਧਾ ਸਕਦੀਆਂ ਇੰਸ਼ੋਰੈਂਸ ਦਾ ਪ੍ਰੀਮੀਅਮ। ਸਰਕਾਰ ਕਹਿੰਦੀ ਯੈਸ ਹਾਂਜੀ ਵਧਾ ਲਓ ਜੀ, ਤੇ ਫਿਰ ਉਹ ਵਧਾ ਦਿੰਦੇ ਆ। ਏਦਾਂ ਹੀ ਹੁਣ ਕੈਨੇਡਾ ਦੀ ਸਰਕਾਰ ਦੇ ਵੱਲੋਂ ਅਪਰੂਵਲ ਮਿਲਣ ਤੋਂ ਬਿਨਾਂ ਇਹ ਜਿਹੜੀਆਂ ਮਿਲਕ ਆ ਤੇ ਮਿਲਕ ਦੀਆਂ ਪ੍ਰੋਡਕਟਸ ਆ ਇਹ ਮਹਿੰਗੀਆਂ ਨਹੀਂ ਕਰ ਸਕਦੇ ਇਹ ਡੇਅਰੀ ਫਾਰਮਿੰਗ ਵਾਲੇ। ਪਰ ਜੇ ਹੁਣ ਉਸ ਕਮਿਸ਼ਨ ਨੇ ਸਰਕਾਰ ਦੇ ਨੇ 17 ਜੂਨ ਨੂੰ ਕਹਿ ਦਿੱਤਾ ਵੀ ਹਾਂਜੀ ਵਧਾ ਲਓ, ਤੇ ਫਿਰ ਉਹ ਵਧਾਉਣਗੇ ਜ਼ਰੂਰ। ਜੋਲ ਸਾਹਿਬ ਆਪਾਂ ਵਧੀਆ ਜੀ ਜਦ ਆਪਾਂ ਕੱਲ ਅਨਾਊਂਸ ਕੀਤਾ ਜੀ ਦਿਸ ਵੀਕ ਜੋ ਐਂਟੀ ਫਰਾਡ ਅਵੇਅਰਨੈਸ ਕੈਂਪੇਨ ਸ਼ੁਰੂ ਹੋ ਚੁੱਕਾ। ਇਹ ਉਹਨਾਂ ਵਾਸਤੇ ਹੈ ਜੋ ਜਿਹੜੇ ਨਵੇਂ ਵੀ ਆਉਂਦੇ ਨੇ ਜਾਂ ਜਿਹੜੇ ਅਵੇਅਰ ਨਹੀਂ ਹੈ ਕਿ ਬਹੁਤ ਸਾਰੇ ਅੱਜ ਕੱਲ੍ਹ ਨਵੇਂ ਤਰੀਕੇ ਨੇ ਜੀ ਫਰਾਡ ਦੇ ਲਪੇਟੇ ਦੇ ਵਿੱਚ ਆਉਣ ਨੂੰ। ਯੈਸ, ਨਿੱਤ ਦਿਨ ਲੋਕਾਂ ਨੂੰ ਜੀ ਵੀ ਕਾਲ ਆਉਂਦੀਆਂ, ਕਾਫੀ ਲੋਕ ਪਰੇਸ਼ਾਨ ਆ। ਹੁਣ ਚਲੋ ਅੱਗੇ ਨਾਲੋਂ ਸੱਟਾਂ ਖਾ ਕੇ ਲੋਕ ਅੱਗੇ ਨਾਲੋਂ ਜ਼ਿਆਦਾ ਜਾਗਰੂਕ ਵੀ ਆ, ਅਵੇਅਰ ਵੀ ਆ। ਪਰ ਇਹ ਜਾਣੀ ਫਰਾਡ ਕਰਨ ਵਾਲੇ ਲੋਕਾਂ ਨੂੰ ਵੀ ਪਤਾ ਵੀ ਅਵੇਅਰ ਆ ਜੀ ਹਾਂਜੀ, ਵੀ ਉਹ ਫਿਰ ਨਵੀਆਂ ਸਕੀਮਾਂ ਗਾਂਹ ਤੋਂ ਗਾਂਹ ਕੱਢਦੇ ਰਹਿੰਦੇ, ਨਵੀਂ ਰਿਸਰਚ ਉਹਨਾਂ ਦੀ ਵੀ ਜਾਰੀ ਰਹਿੰਦੀ ਆ ਜੀ। ਜ਼ਿਆਦਾ ਵੈਸੇ ਯਾਰ ਏਦਾਂ ਆ ਵੀ ਇੱਥੇ ਨਾ ਸੱਜਣ ਠੱਗੀਆਂ ਵੱਜਣ ਦੀਆਂ ਖਬਰਾਂ ਲਗਾਤਾਰ ਆਪਾਂ ਨੂੰ ਮਿਲਦੀਆਂ ਰਹਿੰਦੀਆਂ, ਜਾਨੀ ਆਪਣਿਆਂ ਵੱਲੋਂ ਆਪਣਿਆਂ ਦੇ ਨਾਲ, ਆਪਣੀਆਂ ਵੱਲੋਂ ਆਪਣੀਆਂ ਦੇ ਨਾਲ। ਇਹਦਾ ਮਤਲਬ ਇਹ ਸੱਜਣ ਠੱਗੀ ਹੁੰਦਾ ਵੀ ਕਿਸੇ ਨਾਲ ਤੁਸੀਂ ਕੋਈ ਰਿਸ਼ਤੇਦਾਰੀ, ਕੋਈ ਦੋਸਤੀ ਗੰਢ ਕੇ ਉਹਨੂੰ ਭਰੋਸੇ ਦੇ ਵਿੱਚ ਲੈ ਕੇ ਇਨਵੈਸਟਮੈਂਟ ਕਰਨ ਲਈ ਉਹਨੂੰ ਪ੍ਰੇਰਿਤ ਕਰ ਲੈਣਾ, ਫਿਰ ਉਹਦਾ $1-2 ਲੱਖ ਆ ਉਟੇਰ ਲੈਣਾ, ਜਾਂ ਉਹਨੂੰ ਇੰਨਾ ਜ਼ਿਆਦਾ ਉਤਸ਼ਾਹਿਤ ਕਰ ਦੇਣਾ ਵਿਆਜ ਦਾ ਜਾਂ ਬਾਕੀ ਸਾਰੇ ਲਾਲਚ ਦੇ ਕੇ ਵੀ ਤੂੰ ਲਾਈਨ ਆਫ ਕ੍ਰੈਡਿਟ ਚੁੱਕ ਲਾ, ਤੈਨੂੰ ਤਾਂ ਇੰਨੇ ਮਹੀਨੇ ਦੇ ਆਉਣ ਲੱਗ ਪੈਣੇ ਆ। 2 ਮਹੀਨੇ ਚੈੱਕ ਆਉਂਦਾ ਤੇ ਉਹ ਗਾਂਹ ਜਿਹਨਾਂ ਨੂੰ ਚੈੱਕ ਇਹ ਆ ਰਿਹਾ ਹੁੰਦਾ ਟੈਂਪਰੇਰਲੀ ਜਾਣੀ ਉਹਨਾਂ ਦੀ ਠੱਗਾਂ ਦੀ ਸਕੀਮ ਦੇ ਤਹਿਤ, ਉਹ ਗਾਂਹ ਆਪਣੇ ਰਿਸ਼ਤੇਦਾਰਾਂ ਨੂੰ ਸਤਾਉਣ ਲੱਗ ਪੈਂਦੇ ਆ। ਲਓ ਆਹ ਦੇਖੋ ਜੀ ਸਾਨੂੰ ਤੇ ਆ ਰਿਹਾ ਚੈੱਕ, ਤੁਸੀਂ ਕਾਹਨੂੰ ਫੈਕਟਰੀਆਂ 'ਚ ਲਾ ਰਹੇ ਸ਼ਿਫਟਾਂ, ਇੱਧਰ ਆਓ ਕਰੋ ਇਨਵੈਸਟ। ਜਾਣੀ ਆਪ ਤੇ ਲੁੱਟੇ ਪੁੱਟੇ ਹੁੰਦੀਆਂ ਹੀ ਆ ਤੇ ਗਾਂਹ ਵੀ ਜਾਣੀ ਲੁਟਾ ਪਟਾ ਦਿੰਦੇ ਆਪਣੇ ਤੇ ਆਪਣੀਆਂ ਨੂੰ। ਇਹ ਪੰਜਾਬ ਤੱਕ ਵੀ ਏਦਾਂ ਹੀ ਜਾ ਰਹੀਆਂ ਗੱਲਾਂ ਜੀ। ਇੱਥੇ ਬਹੁਤ ਸਾਰੇ ਬਜ਼ੁਰਗ ਆ
ਜਿਨ੍ਹਾਂ ਨੂੰ ਇੱਕ ਚੰਗੇ ਭਲੇ ਜਾਣੀ ਟਾਈ ਧਾਰਕਾਂ ਸੂਟ ਪਾਏ ਸੱਜਣ ਠੱਗਾਂ ਨੇ ਜਾਣੀ ਕਿ ਉਹਨਾਂ ਨੂੰ ਭਰੋਸੇ ਵਿੱਚ ਲੈ ਕੇ ਕਦੀ ਤੁਹਾਡੀ ਹੁਣ ਆਹ ਪਾਲਿਸੀ ਕਰ ਦਿੰਦੇ, ਤੁਹਾਡੀ ਆਹ ਸਕੀਮ ਏਦਾਂ ਕਰ ਦਿੰਦੇ ਆ, ਇੰਨਾ ਯਕੀਨ ਕੀਤਾ ਤੇ ਲਾਈਫ ਸੇਵਿੰਗਸ ਹੈ ਨਾ। ਸਾਡੇ ਕੋਲ ਮਾਲਟਨ ਦੇ ਵਿੱਚ ਪਿਛਲੇ ਦਿਨ ਇੱਕ ਬਜ਼ੁਰਗ ਰੋ ਰਹੇ ਸੀਗੇ ਹੈ ਨਾ, ਬਜ਼ੁਰਗ ਅਵਸਥਾ ਦੇ ਵਿੱਚ ਅਰਸ਼ $3 ਲੱਖ, $3 ਲੱਖ। ਹਾਂਜੀ, ਚੰਗੇ ਭਲੇ ਨੋਨ ਜਾਣੀ ਆਪਣੇ, ਜਿਹਨਾਂ ਨੂੰ ਉਹ ਸਮਝਦੇ ਵੀ ਸਾਡੇ ਬਹੁਤ ਆਪਣੇ ਆ, ਉਹਨੇ ਇਨਵੈਸਟ ਕਰਵਾ ਕੇ ਜਾਣੀ ਕਿ ਉਹ ਜ਼ੀਰੋ ਬਰਬਾਦ ਕਰ ਦਿੱਤਾ। 2-4 ਮਹੀਨੇ ਕਿਤੇ ਚੈੱਕ ਆਇਆ, ਮੁੜ ਕੇ ਨਹੀਂ ਆਇਆ ਜੀ। ਤੇ ਜਿਹੜੇ ਉਹ ਖਰੜੇ ਤੇ ਸਾਈਨ ਕੀਤੇ ਆ, ਕਿੰਨੀ ਵਾਰੀ ਆਪਾਂ ਦੱਸਿਆ ਵੀ ਤੁਸੀਂ ਖਰੜੇ ਨੂੰ ਉਹ ਸਾਈਨ ਕਰਕੇ ਆਪਣੇ ਹੱਥ ਵੱਢ ਕੇ ਦਿੰਦੇ ਹੋ, ਨਾਲ ਆਪਣੀਆਂ ਲਾਈਫ ਸੇਵਿੰਗਸ ਦਿੰਦੇ ਹੋ, ਨਾਲ ਉਹ ਖਰੜੇ 'ਚ ਲਿਖ ਕੇ ਸਾਈਨ ਕਰਕੇ ਦਿੰਦੇ ਹੋ ਵੀ ਜੇ ਇਹ ਇਨਵੈਸਟਮੈਂਟ ਡੁੱਬ ਗਈ ਤੇ ਮੇਰੇ ਪੈਸੇ ਗਏ, ਨਾਲ ਲਿਖਿਆ ਹੁੰਦਾ ਉਹਦੇ ਵਿੱਚ। ਪਰ ਕਿਉਂਕਿ ਸਾਡਾ ਕਲਚਰ ਹਨੇਰਾ ਸਿਰਾਂ ਦੇ ਵਿੱਚ ਇਹ ਆ ਵੀ ਅਸੀਂ ਪੜ੍ਹੇ ਬਿਨਾਂ ਘੁੱਗੀਆਂ ਮਾਰਨੀਆਂ, ਮੁੜ ਕੇ ਫਿਰ ਅਸੀਂ ਕਹਿਣਾ ਲਓ ਜੀ ਹੁਣ ਪੁਲਿਸਾਂ ਕੁਛ ਨਹੀਂ ਕਰਦੀਆਂ, ਹੁਣ ਮੀਡੀਆ ਕੁਛ ਨਹੀਂ ਕਰਦਾ। ਕਰ ਰਿਹਾ ਮੀਡੀਆ ਕੁਛ, ਉਦੋਂ ਜੇ ਕੋਈ ਸੁਣੇ ਤੇ ਤਾਂ ਆਇਆ ਨਾ ਜੀ। ਰਾਈਟ। ਸੋ ਇਸ ਕਰਕੇ ਜਿਨ੍ਹਾਂ ਨੇ ਏਦਾਂ ਮਤਲਬ ਕੀਤਾ ਹੋਇਆ ਬਹੁਤ, ਇਹ ਮਤਲਬ ਫਿਸ ਜਿੱਦਾਂ ਹੁਣ ਦੱਸਦੀ ਆ ਪੁਲਿਸ ਵੀ ਜਦੋਂ ਕੋਈ ਲੁੱਟੇ ਪੁੱਟੇ ਜਾਂਦੇ ਆ, ਲੁੱਟੀਆਂ ਪੁੱਟੀਆਂ ਜਾਂਦੀਆਂ ਤੇ ਅਸੀਂ 5% ਤਾਂ ਪੁਲਿਸ ਕੋਲ ਜਾਂਦੇ, 95% ਤੇ ਦਾੜੀ ਵੱਟ ਜਾਂਦੇ ਆ। ਰਾਈਟ। ਉਹਨਾਂ ਨੂੰ ਸ਼ਰਮ ਹੀ ਆਉਣ ਲੱਗ ਪੈਂਦੀ ਵੀ ਹੁਣ ਮੈਂ ਕਿਸੇ ਨੂੰ ਜਾ ਕੇ ਦੱਸਾਂ ਕੀ ਚੰਦ ਚਾੜਿਆ ਮੈਂ। ਸੋ ਇਸ ਕਰਕੇ ਤੁਹਾਨੂੰ ਲੁੱਟਣ ਪੁੱਟਣ ਵਾਲੀਆਂ ਇਹ ਤੁਹਾਡੇ ਦੁਸ਼ਮਣ ਘੱਟ ਤੇ ਤੁਹਾਨੂੰ ਬਹੁਤ ਆਪਣੇ ਤੇ ਆਪਣੀਆਂ ਨਜ਼ਰ ਆਉਣ ਵਾਲੇ ਹੁੰਦੇ। ਇਸ ਪੱਖੋਂ ਅੱਖਾਂ ਤੇ ਕੰਨ ਸਦਾ ਖੁੱਲੇ ਰੱਖਣੇ ਪੈਣਗੇ। ਸੱਤ ਖਾ ਕੇ ਨਹੀਂ, ਜੇ ਮੱਛੀ ਜਾਂ ਕਹ ਲਓ ਮਗਰਮੱਛ ਪੱਥਰ ਚੱਟ ਕੇ ਹੀ ਮੁੜਿਆ ਜਾਂ ਮੁੜੀ ਤੇ ਫੇਰ ਕੀ ਮੁੜੀ, ਫੇਰ ਤੇ ਬਰਬਾਦ ਹੋ ਗਿਆ, ਸਿਰ ਟੁੱਟ ਗਿਆ ਪੱਥਰ 'ਚ ਵੱਜ ਕੇ। ਰਾਈਟ। ਸੋ ਇਸ ਕਰਕੇ ਅੱਜ ਵੀ ਇਹ ਐਂਟੀ ਫਰਾਡ ਅਵੇਅਰਨੈਸ ਕੈਂਪੇਨ ਹੈ, ਜਿਹੜੀ ਕਿ ਅੱਜ ਤੋਂ ਲੈ ਕੇ ਇਹ 10 ਜੂਨ ਤੱਕ ਕੈਨੇਡਾ ਵਾਈਡ ਪੁਲਿਸਾਂ ਵੱਲੋਂ ਜਾਰੀ ਰਹਿਣੀ ਹੈ, ਪੁਲਿਸ ਡਿਪਾਰਟਮੈਂਟਸ ਦੇ ਵੱਲੋਂ, ਜਿਹਦੇ ਵਿੱਚ RCMP ਸ਼ਾਮਲ ਹੈ, OPP ਸ਼ਾਮਲ ਨੇ, ਨੈਚੁਰਲੀ ਇੱਥੇ ਉਹ ਆਪਣੇ ਪੀਲ ਪੁਲਿਸ ਤੇ ਟੋਰਾਂਟੋ ਪੁਲਿਸ ਹੋਰ ਸਾਰੇ ਉਹ ਵੀ ਸ਼ਾਮਲ ਨੇ। ਪਰ ਉਹ ਤੇ ਹੁਣ ਆਪਣੀਆਂ ਗੱਲਾਂ ਪੇਸ਼ ਹੀ ਕਰ ਸਕਦੇ, ਬੋਲ ਕੇ ਦੱਸ ਹੀ ਸਕਦੇ, ਪਰ ਉਹਨਾਂ ਨੂੰ ਕੋਈ ਸੁਣੇ ਤਾਂ ਆਇਆ ਨਾ ਜੀ। ਜਦੋਂ ਅਸੀਂ ਸੁਣਨਾ ਲੁਟੇਰੇ ਤੇ ਲੁਟੇਰੀਆਂ ਨੂੰ ਆ, ਜਿਹਨਾਂ ਨੂੰ ਅਸੀਂ ਕਹਿੰਦੇ ਸਾਡੇ ਆਪਣੇ ਤੇ ਆਪਣੀਆਂ ਆ, ਤੇ ਉਹਦੇ ਵਿੱਚ ਬਾਅਦ 'ਚ ਕੋਈ ਕੀ ਕਰ ਸਕਦਾ। ਤਦੇ ਕਰਕੇ ਆ ਵੀ ਜਦੋਂ ਫਰਾਡ ਹੋ ਜਾਂਦਾ ਪੁਲਿਸਾਂ ਉਹਦੇ ਵਿੱਚ ਇਨਵੈਸਟੀਗੇਟ ਕਰ ਸਕਦੀਆਂ, ਉਹਨਾਂ ਨੂੰ ਸਮਾਂ ਲੱਗ ਜਾਂਦਾ ਤੇ ਆਪਾਂ ਕਹਿੰਦੇ ਜੀ ਪੁਲਿਸ ਨੇ ਕੀਤਾ ਕੁਛ ਨਹੀਂ। ਕਿਸੇ ਦੇ ਲੁੱਟੇ ਪੁੱਟੇ ਇਹ ਪੈਸੇ ਏਦਾਂ ਪੁਲਿਸਾਂ ਨਹੀਂ ਦਵਾ ਸਕਦੀਆਂ, ਠੀਕ ਆ। ਜੇ ਕਿਤੇ ਇੱਥੇ ਮਾੜਾ ਮੋਟਾ ਥੋੜਾ ਬਹੁਤਾ ਉਹਨਾਂ ਨੂੰ ਜ਼ਿਆਦਾ ਕਲੂ ਮਿਲ ਜੇ, ਚਲੋ ਬਹੁਤ ਕਿਤੇ 100 ਚੋਂ 2 ਦੇ ਮੁੜੇ ਹੋਣਗੇ, ਪਰ ਬਹੁਤ ਚਾਂਸਸ ਘੱਟ ਹੁੰਦੇ ਆ, ਕਿਉਂਕਿ ਜੇ ਫੋਰਨ ਕੰਟਰੀ ਵਿੱਚ ਪੈਸੇ ਤੁਸੀਂ ਆਪਣੇ ਹੱਥੀਂ ਟ੍ਰਾਂਸਫਰ ਕਰ ਦਿੱਤੇ ਆ ਤੇ ਉਹਨੂੰ ਕਿਹਨਾਂ ਨੇ ਲਿਆਉਣਾ ਉੱਥੋਂ। ਸੋ ਇਸ ਕਰਕੇ ਅੱਜ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਲੋਕਾਂ ਨੂੰ ਵਿਕਟਮਾਈਜ਼ ਹੋਣ ਤੋਂ ਰੋਕ ਤਾਂ ਸਕਦੇ ਇਹੋ ਜਿਹੇ ਕੇਸਿਸ, ਪਰ ਕਿਸੇ ਵਿਕਟਮ ਦੇ ਜਾਣੀ ਕਿ ਉਹ ਪੈਸੇ ਮੁੜਵਾ ਦੇਣ, ਇਹ ਸੰਭਾਵਨਾ ਬਹੁਤ ਘੱਟ ਹੁੰਦੀ ਆ। ਤਦੇ ਕਰਕੇ ਸ਼ਾਇਦ 95% ਲੋਕ ਜਿਹੜੇ ਉਹ ਪੁਲਿਸਾਂ ਕੋਲ ਜਾਂਦੇ ਨਹੀਂ ਆ, ਪਰ ਉਹ ਉਤਸ਼ਾਹਿਤ ਕਰਦੇ ਆ ਕਿ ਤੁਸੀਂ ਜ਼ਰੂਰ ਜਾਓ ਜੀ, ਐਂਟੀ ਫਰਾਡ ਸੈਂਟਰ ਤੇ ਜਾਓ, ਪੁਲਿਸ ਕੋਲ ਜਾਓ। ਉਹ ਭਾਵੇਂ ਤੁਹਾਨੂੰ ਕਹਿ ਦੇਣ ਵੀ ਅਸੀਂ ਕੁਛ ਨਹੀਂ ਕਰ ਸਕਦੇ, ਪਰ ਉਹ ਅੰਦਰ ਖਾਤੇ ਜਾਣੀ ਰਿਪੋਰਟ ਲੈ ਕੇ ਕੁਛ ਨਾ ਕੁਛ ਫਿਰ ਕਰਨਾ ਸ਼ੁਰੂ ਕਰਦੇ ਆ, ਜਿਹਦੇ ਕਿ ਰਿਜ਼ਲਟਸ ਆਪਾਂ ਪਿੱਛੇ ਦੇਖਿਆ ਵੀ ਇੱਥੋਂ ਅਮਰੀਕਾ ਤੱਕ ਤੋਂ ਲੋਕ ਜਿਹੜੇ ਆ ਉਹ ਇੰਡੀਆ ਨੂੰ ਡਿਪੋਰਟ, ਗੁਜਰਾਤ ਨੂੰ ਵੀ ਹੋਏ ਆ ਜੀ। ਉੱਥੇ ਕਾਲ ਸੈਂਟਰ ਕਿੰਨੇ ਉਹਨਾਂ ਨੇ ਬੰਦ ਕਰਾਏ ਆ, ਸੈਂਕੜੇ ਦੀ ਤਾਦਾਦ ਦੇ ਵਿੱਚ ਉਹ ਜਾਣੀ ਕਿ ਉਹ ਤੇ ਜਿਹੜੇ ਕਹਿ ਲਓ ਵੀ ਉਹ ਕਾਲ ਸੈਂਟਰ ਦੇ ਵਿੱਚ ਲੱਗੇ ਹੋਏ ਸੀਗੇ, ਇਸ ਧੰਦੇ ਦੇ ਉੱਤੇ ਉਹਨਾਂ ਨੂੰ ਫੜਿਆ ਵੀ ਗਿਆ। ਸੋ ਕੁੱਲ ਮਿਲਾ ਕੇ ਇਹ $380 ਮਿਲੀਅਨ ਦਾ ਫਰਾਡ ਕੈਨੇਡਾ ਦੇ ਵਿੱਚ ਪਿਛਲੇ ਸਾਲ ਹੀ ਹੋਇਆ ਸੀਗਾ, 2021, ਹਜੇ ਕਿ ਕੋਵਿਡ ਸੀਗਾ। ਹੁਣ ਇਹ ਕੋਵਿਡ ਦਾ ਸਾਲ ਜਿਹੜਾ ਬਹੁਤ ਮਾਰੂ 2020 ਸੀਗਾ ਜੀ, ਉਸ ਸਾਲ ਦੇ ਵਿੱਚ ਵੀ ਸਾਡੇ ਦੇਸ਼ ਦੇ ਵਿੱਚ $164 ਮਿਲੀਅਨ ਜਿਹੜੇ ਆ ਉਹ ਫਰਾਡ ਨਾਲ ਭੋਟੇ ਗਏ ਸੀ, ਜਿਹੜੇ ਕਿ ਰਿਪੋਰਟ ਹੋਏ ਆ, ਤੇ ਜਿਹੜੇ ਨਹੀਂ ਰਿਪੋਰਟ ਹੋਏ ਉਹਦੇ ਬਾਰੇ ਨਹੀਂ ਉਹਨਾਂ ਨੂੰ ਪਤਾ। ਸੋ ਤਦ ਕਰਕੇ ਜੀ ਵੀ ਇਹ ਬਹੁਤ ਤਰੀਕਿਆਂ ਦੇ ਨਾਲ ਲੋਕਾਂ ਨੂੰ ਕਈ ਵਾਰੀ ਏਜੰਟਸ ਬਣਾ ਕੇ ਵੀ ਤੁਹਾਨੂੰ ਇੰਨਾ ਕਮਿਸ਼ਨ ਦੇ ਦਿਆਂਗੇ, ਤੁਸੀਂ ਸਾਡੇ ਆ ਰਕਮ ਟ੍ਰਾਂਸਫਰ ਕਰ ਦਿਓ ਆਪਣੇ ਅਕਾਊਂਟ ਦੇ ਰਾਹੀਂ, ਏਦਾਂ ਦੀਆਂ ਗੱਲਾਂ ਦੇ ਵਿੱਚ ਜਿਹੜੇ ਲੋਕ ਫਸ ਕੇ ਜਾਣੀ ਲਾਲਚਾਂ ਦੇ ਵਿੱਚ ਆਪਾਂ ਆਉਂਦੇ ਹਾਂ, ਤਦੇ ਮਰਦੇ ਹਾਂ, ਤਦੇ ਇਹ ਬਹੁਤਾ ਇੰਟਰਸਟ ਲੈਣ ਦੇ ਲਾਲਚ ਵਿੱਚ ਅਸੀਂ ਆਪਣਾ ਮੂਲ ਧਨ ਵੀ ਗਵਾ ਲੈਂਦੇ ਹਾਂ। ਸੋ ਇਸ ਕਰਕੇ ਜੀ ਬਹੁਤ ਅਵੇਅਰ ਰਹਿਣ ਦੀ ਲੋੜ ਹੈ। ਸੋ ਕਿਸੇ ਦੀ ਕਿਹਾ ਏਦਾਂ ਜੇ ਤੁਸੀਂ ਅਕਾਊਂਟ ਯੂਜ਼ ਕੀਤਾ ਹੋਇਆ, ਮਨੀ ਲਾਉਂਡਰਿੰਗ ਜੇ ਉਹ ਜਾਣੀ ਪ੍ਰੂਵ ਕਰ ਦਿੱਤੀ ਪੁਲਿਸ ਨੇ, ਤੇ ਫਿਰ ਏਜੰਟ ਬਾਅਦ ਵਿੱਚ ਤੁਸੀਂ ਜਦੋਂ ਬਣੋਗੇ ਕਮਿਸ਼ਨ ਲੈਣ ਵਾਲੇ ਉਹਨਾਂ ਦੇ, ਤੇ ਫਿਰ ਇਹ ਨਾ ਸਮਝਣਾ ਵੀ ਫੜੋ ਫੜਾਈ ਵੀ ਮੈਨੂੰ ਪਤਾ ਨਹੀਂ ਸੀ ਲੱਗਾ, ਮੈਨੂੰ ਦੱਸਿਆ ਨਹੀਂ ਸੀ, ਹਨਾ ਜੀ। ਸੋ ਇਸ ਕਰਕੇ ਇਹ ਕਿਸੇ ਦੇ ਕਹਿਣ ਤੇ ਏਦਾਂ ਦੇ ਤਰੀਕੇ ਨਾਲ ਆਪਣੇ ਜਿਹੜੇ ਅਕਾਊਂਟ ਆ ਉਹਨਾਂ ਦਾ ਮਿਸਯੂਜ਼ ਜਿਹੜਾ ਤੁਸੀਂ ਆਪਣੇ ਦਿਮਾਗ ਦੇ ਨਾਲ ਸੋਚ ਕੇ ਸਮਝ ਬੂਝ ਦੇ ਨਾਲ ਪਹਿਲਾਂ ਹੀ ਕਰੋਗੇ। ਕੁੱਲ ਮਿਲਾ ਕੇ ਐਂਟੀ ਫਰਾਡ ਅਵੇਅਰਨੈਸ ਵੀਕ ਆ ਜਿਹੜਾ ਜੀ ਇਹ 10 ਜੂਨ ਤੱਕ ਜਾਰੀ ਰਹੇਗਾ ਸਾਡੇ ਦੇਸ਼ 'ਚ।
ਜੌਲ ਸਾਹਿਬ ਕੁਇਕਲੀ 1 ਮਿੰਟ ਦੇ ਵਿੱਚ ਆਪਾਂ ਵਾਈਂਡ ਅਪ ਕਰਦੇ ਹਾਂ ਜੀ। ਜਿੱਦਾਂ ਤੇਲ ਦੀਆਂ ਕੀਮਤਾਂ ਦਿਨ ਬਾਏ ਦਿਨ ਵੱਧਦੇ ਜਾ ਰਹੇ ਨੇ, ਉੱਥੇ ਕੰਜ਼ਿਊਮਰ ਤਕਰੀਬਨ 34% ਇਨ ਟੈਕਸਿਸ ਫਿਲ ਕਰਦੇ ਨੇ ਜੀ ਟੂ ਪੰਪ ਗੈਸ ਇਨ ਕੈਨੇਡਾ, ਤਕਰੀਬਨ 75 ਸੈਂਟਸ ਪਰ ਲੀਟਰ ਹਿਸਾਬ ਲਾਈਏ ਤਾਂ ਆਪਾਂ। ਯੈਸ, ਕਿਉਂਕਿ ਹੁਣ ਇਹਦੀ ਪ੍ਰਾਈਸ ਦੁੱਗਣੀ ਹੋ ਚੁੱਕੀ ਆ। ਆਪਾਂ ਪਿਛਲੇ ਦਿਨਾਂ ਤੋਂ ਪ੍ਰੋਗਰਾਮਾਂ 'ਚ ਗੱਲ ਕਰ ਰਹੇ ਹਾਂ ਜੀ ਤੇ 34% ਤੇ ਇਹ ਉਦੋਂ ਲੱਗਦਾ ਹੁੰਦਾ ਸੀਗਾ ਨਾ ਵੀ 34 ਪੈਸੇ ਰੁਪਏ ਡਾਲਰ ਦੇ ਵਿੱਚ ਹੋਣਗੇ, ਪਰ ਹੁਣ ਜੇ ਉਹ ਲੀਟਰ ਜਿਹੜਾ $2.25 ਦਾ ਹੋਣ ਲੱਗਾ ਤੇ ਉਹਨਾਂ ਪਰਸੈਂਟੇਜ ਵਾਈਜ਼ ਜਿਹੜਾ ਟੈਕਸ ਵੀ ਤੇ ਫਿਰ ਡਬਲ ਹੋ ਗਿਆ ਨਾ ਜੀ। ਸੋ ਤਦ ਕਰਕੇ ਇਹ ਹੁਣ $2.25 ਕਹਿ ਲਓ ਜਾਂ $2.15 ਦੇ ਉੱਤੇ ਲਗਭਗ ਇਹ 75 ਸੈਂਟ ਜਿਹੜਾ ਜੀ ਪਰ ਲੀਟਰ ਟੈਕਸ ਬਣ ਜਾਂਦਾ ਗਵਰਨਮੈਂਟ ਦਾ ਨਾ। ਸੋ ਇਹ ਪਰ ਲੀਟਰ ਜਦੋਂ ਤੁਸੀਂ ਟੈਂਕ ਕਰਦੇ ਹੋ ਗੈਸ ਸਟੇਸ਼ਨ ਦੇ ਉੱਤੇ ਗੈਸ, ਇਹ ਜਦੋਂ 1 ਲੀਟਰ ਦੀ ਪਾਉਂਦੇ ਸੀ ਉਹਦੇ ਤੇ ਟੈਕਸ ਲਗਭਗ 34 ਸੈਂਟ ਸੀਗਾ। ਅੱਜ ਜੇ ਉਹੀ ਗੈਸ $2 ਦੀ ਹੈ ਤੇ ਫਿਰ ਉਹ 68 ਸੈਂਟ ਹੋਣਗੇ। ਜੇ $2 ਤੋਂ ਵੀ ਮਹਿੰਗੀ ਆ ਤੇ ਉਹਨਾਂ ਹੀ ਉਹ ਪਰਸੈਂਟੇਜ ਵਾਈਜ਼ ਟੈਕਸ ਜਿਹੜਾ ਵੱਧ ਉਹ ਸਰਕਾਰ ਦੇ ਖਜ਼ਾਨੇ 'ਚ ਜਾਈ ਜਾਣਾ ਆ। ਸੋ ਇਸ ਕਰਕੇ ਇਹ ਹੈ ਕਿ ਉਹਦੇ ਕਰਕੇ ਵੀ ਜਿਹੜੀਆਂ ਇਸ ਟੈਕਸ ਦੀ ਗਾਊਜਿੰਗ ਬਾਰੇ ਇਸ ਵੇਲੇ ਫੈਡਰਲ ਗਵਰਨਮੈਂਟ ਜਦੋਂ ਸਟੋਰਾਂ ਵਾਲੇ ਇੱਥੇ ਓਨਟਾਰੀਓ ਦੇ ਵਿੱਚ ਨਵਾਂ ਕੋਵਿਡ ਦਾ ਸੰਕਟ ਆਇਆ, ਆਟੇ ਦੀ ਪ੍ਰਾਈਸ ਵਧਾ ਦਿਓ ਜੀ, ਮਤਲਬ ਮਨਮਰਜ਼ੀ ਦੀਆਂ ਪ੍ਰਾਈਸਾਂ ਉਹਨਾਂ ਨੇ ਕਰਨੀਆਂ ਸ਼ੁਰੂ ਕਰ ਦਿੱਤੀਆਂ ਜੀ। ਤੇ ਉਹ ਕੁੱਲ ਮਿਲਾ ਕੇ ਜਾਣੀ ਕਿ ਫਿਰ ਕਾਫੀ ਗਾਜ ਹੈ ਜਿਹੜੀ ਸਟੋਰਾਂ ਵਾਲਿਆਂ ਤੇ ਡਿੱਗੀ ਸੀ। ਆਪਣੇ ਪ੍ਰੀਮੀਅਰ ਡਗ ਫੋਰਡ ਵੀ ਬੋਲੇ ਸੀ ਉਹਦੇ ਬਾਰੇ 'ਚ ਤੇ ਕਾਫੀ ਫਿਰ ਉਹਦੇ ਬਾਰੇ ਲੋਕਾਂ ਨੂੰ ਸਾਨੂੰ ਵੀ ਚੌਕਸ ਕਰਨਾ ਪਿਆ ਸੀ, ਮੀਡੀਆ ਨੂੰ ਵੀ। ਉਹਨਾਂ ਤੇ ਕਾਰਵਾਈ ਹੋਈ ਵੀ ਟੈਕਸ ਗਾਊਜਿੰਗ ਨਹੀਂ ਹੋ ਸਕਦੀ, ਪਰ ਇਸ ਵੇਲੇ ਜਿਹੜੀ ਟੈਕਸ ਗਾਊਜਿੰਗ ਇਹ ਗੈਸ ਦੇ ਉੱਤੇ ਸਰਕਾਰਾਂ ਕਰ ਰਹੀਆਂ ਲੋਕਾਂ ਦੇ ਨਾਲ, ਇਹਦੇ ਬਾਰੇ ਵੀ ਸਰਕਾਰਾਂ ਨੂੰ ਵੀ ਕੁਝ ਬੋਲਣ ਦੀ ਲੋੜ ਹੈ ਤੇ ਲੱਗ ਰਿਹਾ ਵੀ ਕੁਝ ਕਰਨ ਦੀ ਵੀ ਲੋੜ ਹੈ ਵੀ ਘੱਟੋ ਘੱਟ ਇਹ ਵਧੀ ਹੋਈ ਪ੍ਰਾਈਸ ਤੇ $1 ਤੋਂ ਬਾਅਦ ਜਿਹੜੀ ਆ ਉਹਦੇ ਤੇ ਟੈਕਸ ਛੱਡਿਆ ਜਾਵੇ ਤੇ ਇਹ ਗੈਸ ਦੀ ਪ੍ਰਾਈਸ ਕਾਫੀ ਘੱਟ ਵੀ ਸਕਦੀ ਹੈ। ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।